हेलो फ्रेंड्स, मेरे यूट्यूब चैनल लेट्स डू इट ते एक बार फिर तो ਤੁਹਾਡਾ ਬਹੁਤ ਸਵਾਗਤ ਹੈ ਜੀ। ਆਪਣੀ ਈਟੀਟੀ ਡੀਐਲਐਡ ਸਬਜੈਕਟ ਵਾਈਜ਼ ਕਲਾਸਿਸ ਚੱਲ ਰਹੀ ਸੀ, ਜਿਸ ਦੇ ਵਿੱਚ ਈਟੀਟੀ ਸੈਕੰਡ ਈਅਰ ਦੀ ਇਹ ਆਪਣੀ ਤੀਜੀ ਕਲਾਸ ਹੈ। ਯੂਨਿਟ ਫਸਟ ਦੇ ਵਿੱਚੋਂ ਆਪਾਂ ਚੈਪਟਰ ਫਸਟ ਕੰਪਲੀਟ ਕਰ ਲਿਆ ਜੀ, ਕਨਸੈਪਟ ਆਫ ਲਰਨਿੰਗ। ਜੇਕਰ ਤੁਸੀਂ ਉਹ ਦੋਨੋਂ ਕਲਾਸਾਂ ਨਹੀਂ ਵੇਖੀਆਂ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਤੁਸੀਂ ਜਾ ਕੇ ਉਹ ਦੋਨੋਂ ਕਲਾਸਾਂ ਵੇਖ ਸਕਦੇ ਹੋ ਜੀ। ਅੱਜ ਦਾ ਆਪਣਾ ਜਿਹੜਾ ਟੌਪਿਕ ਹੈ, ਦੂਜਾ ਲੈਸਨ ਹੈ ਜੀ ਆਪਣਾ ਵਿਵਹਾਰਵਾਦ, ਬਿਹੇਵੀਅਰਿਜ਼ਮ ਕੀ ਹੁੰਦਾ ਹੈ, ਉਸ ਦੇ ਉੱਤੇ ਜੀ। ਹਿਸਟਰੀ ਕੀ ਹੈ ਇਸ ਦੀ, ਉਸ ਦੇ ਉੱਤੇ ਜੀ। ਜਿਹੜਾ ਇਹ ਚੈਪਟਰ ਹੈ ਇਹ ਹਰ ਐਗਜ਼ਾਮ ਦੇ ਵਿੱਚ ਤੁਹਾਨੂੰ ਕੰਮ ਦੇਗਾ, ਯਾਨੀ ਟੀਚਿੰਗ ਐਗਜ਼ਾਮ ਜਿਹੜਾ ਵੀ ਹੋਣਾ ਹੈ ਉਸ ਦੇ ਵਿੱਚ ਤੁਹਾਨੂੰ ਕਿਤੇ ਨਾ ਕਿਤੇ ਕੰਮ ਦੇਗਾ ਜੀ। ਚਾਹੇ ਉਹ ਪੀਟੇਟ ਹੋਵੇ, ਸੀਟੇਟ ਹੋਵੇ, ਈਟੀਟੀ ਦੇ ਵਿੱਚ ਤਾਂ ਦੇਣਾ ਹੀ ਦੇਣਾ। ਇਸ ਤੋਂ ਇਲਾਵਾ ਸੀਟੇਟ, ਪੀਟੇਟ, ਆਰਟੇਟ, ਜੋ ਵੀ ਟੀਚਿੰਗ ਐਗਜ਼ਾਮ ਜੋ ਵੀ ਸਰਕਾਰਾਂ ਕਰਵਾਉਂਦੀਆਂ ਨੇ ਜਿਸ ਵੀ ਸਟੇਟ ਦੇ ਵਿੱਚ, ਉੱਥੇ ਇਹ ਕੰਮ ਦੇਗਾ ਜੀ। ਤਾਂ ਜੀ ਸਬਜੈਕਟ ਆਪਣਾ ਹੈ ਕਗਨੀਸ਼ਨ ਲਰਨਿੰਗ ਦਾ ਸਾਈਕੋਕਲਚਰ ਕੰਟੈਕਸ, ਅਤੇ ਉਹਦੇ ਵਿੱਚ ਆਪਣਾ ਅੱਜ ਦਾ ਟੌਪਿਕ ਹੈ ਜੀ ਵਿਵਹਾਰਵਾਦ, ਬਿਹੇਵੀਅਰਿਜ਼ਮ। ਵਿਵਹਾਰਵਾਦ ਦੇ ਵਿੱਚ ਅੱਜ ਆਪਾਂ ਪੜ੍ਹਾਂਗੇ ਵਿਵਹਾਰਵਾਦ ਦੀ ਹਿਸਟਰੀ, ਕਿ ਵਿਵਹਾਰਵਾਦ ਦਾ ਇਤਿਹਾਸ ਕੀ ਹੈ, ਵਿਵਹਾਰਵਾਦ ਦੇ ਪਿਤਾਮਾ ਕਿਸ ਨੂੰ ਕਿਹਾ ਜਾਂਦਾ ਹੈ, ਮਨੋਵਿਗਿਆਨ ਕੀ ਹੈ ਜੀ। ਸਭ ਤੋਂ ਪਹਿਲਾਂ ਮਨੋਵਿਗਿਆਨ ਦੀ ਪਰਿਭਾਸ਼ਾ ਪੜ੍ਹਾਂਗੇ, ਉਸ ਤੋਂ ਬਾਅਦ ਕਨਸੈਪਟ ਆਫ ਬਿਹੇਵੀਅਰਿਜ਼ਮ ਯਾਨੀ ਵਿਵਹਾਰਵਾਦ ਦਾ ਸੰਕਲਪ ਕੀ ਹੈ ਜੀ, ਉਸ ਦੇ ਬਾਰੇ ਆਪਾਂ ਪੜ੍ਹਾਂਗੇ ਜੀ। ਇੱਕ ਇੱਕ ਕਰਕੇ ਸਾਰੀ ਚੀਜ਼ਾਂ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ। ਜਿੱਥੇ ਵੀ ਕੋਈ ਇੰਪੋਰਟੈਂਟ ਚੀਜ਼ ਹੋਵੇਗੀ ਉਹ ਮੈਂ ਤੁਹਾਨੂੰ ਨੋਟ ਕਰਾ ਦਿਆਂਗਾ। ਤੁਹਾਡੇ ਕੋਲ ਇੱਕ ਕਾਪੀ ਅਤੇ ਪੈਨ ਜ਼ਰੂਰ ਹੋਣਾ ਚਾਹੀਦਾ ਜੀ। ਇਸ ਤੋਂ ਇਲਾਵਾ ਜਿਹੜੀ PDF ਮੈਂ ਤੁਹਾਨੂੰ ਰੀਡ ਆਊਟ ਕਰਾ ਰਿਹਾ ਉਹਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗਾ। ਬੁੱਕ ਦੀ ਜਿਹੜੀ PDF ਹੈ ਉਹ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਮਿਲ ਜਾਏਗੀ ਜੀ। ਤਾਂ ਅੱਜ ਦਾ ਆਪਣਾ ਜਿਹੜਾ ਟੌਪਿਕ ਹੈ ਉਸ ਨੂੰ ਸਟਾਰਟ ਕਰਦੇ ਹਾਂ ਜੀ। ਹਿਸਟਰੀ ਆਫ ਬਿਹੇਵੀਅਰਿਜ਼ਮ ਕੀ ਹੈ, ਵਿਵਹਾਰਵਾਦ ਕੀ ਹੈ ਜੀ। ਸਭ ਤੋਂ ਪਹਿਲਾਂ ਵਿਵਹਾਰਵਾਦ ਦਾ ਆਪਾਂ ਅਰਥ ਸਮਝੀਏ ਤਾਂ ਇਸ ਦੇ ਨਾਂ ਤੋਂ ਹੀ ਸਪਸ਼ਟ ਹੈ ਕਿ ਇਹ ਵਿਅਕਤੀ ਦੇ ਵਿਵਹਾਰ ਦੇ ਉੱਤੇ ਆਧਾਰਿਤ ਹੈ ਜੀ। ਇਹ ਪ੍ਰਯੋਗਾਂ ਦੇ ਉੱਤੇ ਆਧਾਰਿਤ ਹੈ ਜੀ। ਇਸ ਦੇ ਪਿਤਾਮਾ, ਇਹ ਕੁਐਸਚਨ ਬਹੁਤ ਵਾਰ 1 ਨੰਬਰ ਦੇ ਵਿੱਚ ਆ ਸਕਦਾ ਹੈ ਜੀ ਤੁਹਾਨੂੰ, ਕਿ ਵਿਵਹਾਰਵਾਦ ਦਾ ਪਿਤਾਮਾ ਕਿਸ ਨੂੰ ਮੰਨਿਆ ਜਾਂਦਾ ਹੈ। ਵਿਵਹਾਰਵਾਦ ਦੇ ਪਿਤਾਮਾ JV ਵਾਟਸਨ ਨੂੰ ਮੰਨਿਆ ਜਾਂਦਾ ਜੀ। ਇਹ ਉਹਨਾਂ ਦੀ ਤਸਵੀਰ ਹੈ ਜੀ, JV ਵਾਟਸਨ, ਜਿਸ ਨੂੰ ਵਿਵਹਾਰਵਾਦ ਦਾ ਪਿਤਾਮਾ ਮੰਨਿਆ ਜਾਂਦਾ ਹੈ। ਇਹਨਾਂ ਦਾ ਜਿਹੜਾ ਜੀਵਨ ਕਾਲ ਹੈ ਜੀ ਉਹ 1879 ਤੋਂ ਲੈ ਕੇ 1958 ਤੱਕ ਦਾ ਰਿਹਾ ਹੈ। ਇਹਨਾਂ ਨੇ ਵਿਵਹਾਰਵਾਦ ਦੇ ਉੱਤੇ ਬਹੁਤ ਕੰਮ ਕੀਤਾ ਜੀ। ਇਹਨਾਂ ਨੇ ਵਿਵਹਾਰਵਾਦ ਨੂੰ ਜਨਮ ਦਿੱਤਾ, ਜਨਮਦਾਤਾ ਇਹਨਾਂ ਨੂੰ ਮੰਨਿਆ ਜਾਂਦਾ ਹੈ ਜੀ। ਵਾਟਸਨ ਨੇ ਵਿਵਹਾਰਵਾਦ ਦੇ ਨਾਲ ਸਾਰੀ ਸਿੱਖਿਆ ਵਿਵਸਥਾ ਨੂੰ ਕਈ ਦਹਾਕਿਆਂ ਤੱਕ ਪ੍ਰਭਾਵਿਤ ਕੀਤਾ। ਇਸ ਤੋਂ ਇਲਾਵਾ ਉਹਨਾਂ ਨੇ ਵਿਗਿਆਨਿਕ ਢੰਗ ਨੂੰ ਉਸ ਤਰੀਕੇ ਨਾਲ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਬੱਚੇ ਨੂੰ ਵਿਵਹਾਰ ਦੇ ਵਿੱਚ ਉਸ ਨੂੰ ਕਿਸ ਤਰੀਕੇ ਦੇ ਨਾਲ ਪੜ੍ਹਾ ਸਕਦੇ ਹੋ। ਤਾਂ ਸਭ ਤੋਂ ਪਹਿਲਾਂ ਵਿਵਹਾਰਵਾਦ ਨੂੰ ਸਮਝਣ ਤੋਂ ਪਹਿਲਾਂ ਆਪਾਂ ਨੂੰ ਜਿਹੜਾ ਆਪਣਾ ਸਬਜੈਕਟ ਹੈ ਮਨੋਵਿਗਿਆਨ, ਉਸ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਜੀ। ਤਾਂ ਜੀ ਮਨੋਵਿਗਿਆਨ ਦਾ ਅਰਥ ਸਮਝਦੇ ਹਾਂ ਜੀ। ਇਹ ਡੈਫੀਨੇਸ਼ਨ ਹੈ ਜੀ ਬਹੁਤ ਮਨੋਵਿਗਿਆਨਿਕਾਂ ਦੀ, ਬਹੁਤ ਜਿਹੜੇ ਦਰਸ਼ਨ ਸ਼ਾਸਤਰੀ ਹੋਏ ਨੇ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਮਨੋਵਿਗਿਆਨ ਨੂੰ ਆਪਣੇ ਜੀਵਨ ਕਾਲ ਦੇ ਵਿੱਚ, ਆਪਣੇ ਤਜਰਬੇ ਦੇ ਨਾਲ ਉਹਨਾਂ ਨੇ ਕਿਸ ਤਰੀਕੇ ਦੇ ਨਾਲ ਮਨੋਵਿਗਿਆਨਿਕ ਦੇ ਆਸਪੈਕਟ ਨੂੰ ਸਮਝਿਆ ਜੀ। ਮਨੋਵਿਗਿਆਨ ਦਾ ਅਰਥ ਆਪਾਂ ਸਮਝਦੇ ਹਾਂ ਜੀ। ਪਹਿਲਾਂ ਮਨੋਵਿਗਿਆਨ ਨੂੰ ਇਸ ਦੇ ਨਾਂ ਦੇ ਆਧਾਰ ਉੱਤੇ ਵੰਡਿਆ ਗਿਆ। ਇਸ ਨੂੰ ਸਭ ਤੋਂ ਪਹਿਲਾਂ ਆਤਮਾ ਦਾ ਵਿਗਿਆਨ ਕਿਹਾ ਗਿਆ ਜੀ। ਸਭ ਤੋਂ ਪਹਿਲਾਂ ਅਰਸਤੂ ਜਿਹੜੇ ਮਨੋਵਿਗਿਆਨਿਕ ਹੋਏ ਸਨ ਉਹਨਾਂ ਨੇ ਇਸ ਨੂੰ ਆਤਮਾ ਦਾ ਵਿਗਿਆਨ ਕਿਹਾ। ਆਤਮਾ ਦੇ ਵਿਗਿਆਨ ਦੇ ਰੂਪ ਵਿੱਚ ਪ੍ਰਕਾਸ਼ਿਤ ਕੀਤਾ। ਇੱਥੇ ਮਨੋਵਿਗਿਆਨਿਕਾਂ ਦੇ ਸਾਹਮਣੇ ਇੱਕ ਪ੍ਰਸ਼ਨ ਆਇਆ ਜੀ ਕਿ ਆਖਿਰ ਆਤਮਾ ਹੈ ਕੀ ਅਤੇ ਆਤਮਾ ਦਾ ਅਧਿਐਨ ਕਿਸ ਪ੍ਰਕਾਰ ਕੀਤਾ ਜਾ ਸਕਦਾ ਹੈ। ਇਹਨਾਂ ਪ੍ਰਸ਼ਨਾਂ ਦਾ ਉੱਤਰ ਨਾ ਮਿਲਣ ਤੇ ਸੂਰਤ ਵਿੱਚ ਉਹਨਾਂ ਨੇ ਫਿਰ ਅੱਗੇ ਜਿਹੜੇ ਗ੍ਰੀਕ ਮਨੋਵਿਗਿਆਨਿਕ ਹੋਏ ਉਹਨਾਂ ਨੇ ਇਸ ਨੂੰ ਅੱਗੇ ਲੈ ਕੇ ਗਏ ਜੀ। ਗ੍ਰੀਕ ਮਨੋਵਿਗਿਆਨਿਕਾਂ ਨੇ ਇਸ ਨੂੰ ਮਨ ਦਾ ਵਿਗਿਆਨ ਮੰਨਿਆ ਜੀ। ਸਭ ਤੋਂ ਪਹਿਲਾਂ ਇਸ ਨੂੰ ਜਿਹੜੇ ਸ਼ਬਦ ਇਸ ਦੇ ਨਾਂ ਦੇ ਆਧਾਰ ਉੱਤੇ ਆਤਮਾ ਦਾ ਵਿਗਿਆਨ ਮੰਨਿਆ ਗਿਆ, ਪਰ ਆਤਮਾ ਦਾ ਜਦੋਂ ਉਹਨਾਂ ਨੂੰ ਆਖਿਰ ਕੋਈ ਪਤਾ ਨਹੀਂ ਲੱਗਿਆ ਕਿ ਆਤਮਾ ਕੀ ਹੈ, ਆਤਮਾ ਦਾ ਅਧਿਐਨ ਕਿਸ ਪ੍ਰਕਾਰ ਕੀਤਾ ਜਾ ਸਕਦਾ ਹੈ, ਇਸ ਪ੍ਰਸ਼ਨ ਦਾ ਉੱਤਰ ਨਾ ਮਿਲਣ ਦੀ ਸੂਰਤ ਵਿੱਚ ਫਿਰ ਜਿਹੜੇ ਗ੍ਰੀਕ ਮਨੋਵਿਗਿਆਨਿਕ ਹੋਏ ਸਨ ਉਹਨਾਂ ਨੇ ਇਸ ਨੂੰ ਮਨ ਦਾ ਅਧਿਐਨ ਦਾ ਵਿਗਿਆਨ ਮੰਨ ਕੇ ਇਸ ਨੂੰ ਵਿਗਿਆਨ ਮੰਨਿਆ ਜੀ। ਹੁਣ ਮਨ ਦਾ ਫਿਰ ਸਪਸ਼ਟ ਨਾ ਹੋਣ ਦੇ ਕਾਰਨ, ਕਿਉਂਕਿ ਇਹ ਤਾਂ ਆਤਮਾ ਤੋਂ ਵੀ ਘੱਟ ਸਪਸ਼ਟ ਅਤੇ ਗੁਪਤ ਹੈ ਜੀ, ਪਰੰਤੂ ਮਨੋਵਿਗਿਆਨ ਦੇ ਸਾਹਮਣੇ ਫਿਰ ਇਹ ਪ੍ਰਸ਼ਨ ਉੱਠਿਆ ਕਿ ਆਖਿਰ ਮਨ ਕੀ ਹੈ, ਕਿਉਂਕਿ ਆਤਮਾ
ਦਾ ਅਧਿਐਨ ਕਰਨਾ ਫਿਰ ਵੀ ਸੌਖਾ ਮੰਨਿਆ ਜਾ ਸਕਦਾ ਹੈ, ਪਰ ਮਨ ਕਿਸੇ ਦਾ ਕਿਸ ਪ੍ਰਕਾਰ ਦਾ ਹੈ ਜੀ, ਇਸ ਦੇ ਉੱਤੇ ਫਿਰ ਪ੍ਰਸ਼ਨ ਖੜੇ ਹੋਏ। ਤਾਂ ਉਸ ਤੋਂ ਬਾਅਦ ਫਿਰ ਅੱਗੇ ਮਨੋਵਿਗਿਆਨਿਕ ਵਧੇ ਤੇ ਉਹਨਾਂ ਨੇ ਵੱਖ-ਵੱਖ ਤਰੀਕੇ ਦੇ ਜਿਹੜੇ ਦਰਸ਼ਨ ਸ਼ਾਸਤਰੀ ਹੋਏ, ਉਹਨਾਂ ਨੇ ਇਸ ਨੂੰ ਚੇਤਨਾ ਦਾ ਵਿਗਿਆਨ ਮੰਨਿਆ। ਉਹਨਾਂ ਨੇ ਇਸ ਨੂੰ ਚੇਤਨਾ ਦਾ ਵਿਗਿਆਨ ਮੰਨਿਆ। ਚੇਤਨਾ ਦੇ ਵਿਗਿਆਨ ਦਾ ਜਿਹੜਾ ਸਿਹਰਾ ਹੈ ਕਿਸ ਨੂੰ ਜਾਂਦਾ ਜੀ, ਉਹ ਜਾਂਦਾ ਹੈ ਜੀ ਵਿਲੀਅਮ ਜੇਮਸ ਨੂੰ। ਹੁਣ ਮੈਂ ਜਿਹੜੀ ਗੱਲ ਇੱਥੇ ਨੋਟ ਕਰਨ ਵਾਲੀ ਹੋਏਗੀ ਉਹ ਨੋਟ ਕਰਵਾ ਦਿਆਂਗਾ ਜੀ। ਚੇਤਨਾ ਦਾ ਵਿਗਿਆਨ ਦਾ ਜਿਹੜਾ ਮੋਢੀ ਹੈ ਉਹ ਵਿਲੀਅਮ ਜੇਮਸ ਨੂੰ ਮੰਨਿਆ ਜਾਂਦਾ ਜੀ। ਮੈਂ ਵਿਲੀਅਮ ਜੇਮਸ ਦੇ ਬਾਰੇ ਦੱਸ ਦਿੰਦਾ। ਵਿਲੀਅਮ ਜੇਮਸ ਨੇ ਆਪਣੀ ਇੱਕ ਬੁੱਕ ਲਿਖੀ ਸੀ, ਮਨੋਵਿਗਿਆਨ ਦੇ ਸਿਧਾਂਤ, ਪ੍ਰਿੰਸੀਪਲ ਆਫ ਸਾਈਕੋਲੋਜੀ। ਇਸ ਦੀ ਇੱਕ ਬੁੱਕ ਹੈ ਜੀ, ਪ੍ਰਿੰਸੀਪਲ ਆਫ ਸਾਈਕੋਲੋਜੀ, ਪ੍ਰਿੰਸੀਪਲ ਆਫ ਸਾਈਕੋਲੋਜੀ, ਜਿਹੜੇ ਕਿ 1890 ਦੇ ਵਿੱਚ ਇਹਨੇ ਪ੍ਰਕਾਸ਼ਿਤ ਕੀਤੀ ਸੀ। ਇਸ ਦੇ ਵਿੱਚ ਉਸਨੇ ਕਿਹਾ ਕਿ ਮਨੋਵਿਗਿਆਨ ਇੱਕ ਚੇਤਨ ਦੀ ਅਵਸਥਾ ਦੀ ਵਿਆਖਿਆ ਹੈ ਜਿਸ ਨੂੰ ਕਿ ਪਰਿਭਾਸ਼ਿਤ ਕੀਤਾ ਜਾ ਸਕਦਾ ਹੈ। ਉਸਨੇ ਇਸ ਨੂੰ ਚੇਤਨਾ ਦਾ ਵਿਗਿਆਨ ਮੰਨਿਆ। ਇਸ ਤੋਂ ਇਲਾਵਾ ਇੱਕ ਇਸ ਦੇ ਜਿਹੜੇ ਪ੍ਰਯੋਗਸ਼ਾਲਾ ਦੇ ਰੂਪ ਵਿੱਚ ਇਸ ਦਾ ਵਿਵਹਾਰ ਕਰਨ ਦਾ ਸਿਹਰਾ ਜਾਂਦਾ ਹੈ ਉਹ ਵਿਲੀਅਮ ਵੁੰਡਸ ਨੂੰ ਜਾਂਦਾ ਹੈ ਜੀ, ਜਿਸ ਨੇ ਜਰਮਨੀ ਦੇ ਵਿੱਚ ਲਿਪਜ਼ਿਗ ਯੂਨੀਵਰਸਿਟੀ ਦੀ ਸਥਾਪਨਾ ਕੀਤੀ। ਸਭ ਤੋਂ ਪਹਿਲਾਂ ਜੇਕਰ ਮਨੋਵਿਗਿਆਨਿਕ ਪ੍ਰਯੋਗਸ਼ਾਲਾ ਕਿਸ ਨੇ ਬਣਾਈ ਤਾਂ ਉਹ ਹੈ ਜੀ ਵਿਲੀਅਮ ਵੁੰਟ। ਵਿਲੀਅਮ ਵੁੰਟ, ਇਹ ਮੈਂ ਦੱਸ ਦਿੰਦਾ ਜੀ। ਮਨੋਵਿਗਿਆਨਿਕ ਪ੍ਰਯੋਗਸ਼ਾਲਾ ਅਗਰ ਪੁੱਛ ਲੇ ਕਿਸ ਨੇ ਬਣਾਈ, ਇੱਕ ਨੰਬਰ ਦੇ ਕੁਐਸਚਨ ਹੈ ਜੀ ਇਹ। ਹਰ ਐਗਜ਼ਾਮ ਦੇ ਵਿੱਚ ਜੋ ਵੀ MCQs ਬੇਸਡ ਐਗਜ਼ਾਮ ਹੁੰਦਾ ਉਹਦੇ ਵਿੱਚ ਤੇ 1 ਨੰਬਰ ਦੇ ਵਿੱਚ ਆਪਾਂ ਨੂੰ ਵੀ ਆ ਸਕਦਾ ਹੈ ਜੀ, ਪੁੱਛ ਸਕਦਾ ਹੈ ਜੀ। ਸਭ ਤੋਂ ਪਹਿਲਾਂ ਜਿਹੜੀ ਮਨੋਵਿਗਿਆਨਿਕ ਪ੍ਰਯੋਗਸ਼ਾਲਾ ਉਹ ਕਿਸ ਨੇ ਬਣਾਈ, ਉਹ ਬਣਾਈ ਜੀ ਵਿਲੀਅਮ ਵੁੰਟ। ਵੁੰਟ ਹੋਏ ਸੀ ਜੀ, ਉਹਨਾਂ ਨੇ ਪ੍ਰਯੋਗਸ਼ਾਲਾ ਬਣਾਈ। ਕਿੱਥੇ? ਉਹਨਾਂ ਨੇ ਜੀ ਜਰਮਨੀ ਦੇ ਵਿੱਚ ਇਹ ਬਣਾਈ ਸੀ, ਪਹਿਲੀ ਪ੍ਰਯੋਗਸ਼ਾਲਾ ਜਰਮਨੀ ਦੇ ਵਿੱਚ। ਤੇ ਇਸ ਤੋਂ ਬਾਅਦ ਚੇਤਨਾ ਨੂੰ ਕੀ ਮੰਨਿਆ ਜੀ ਉਹਨਾਂ ਨੇ, ਕਿ ਚੇਤਨਾ ਭਾਵਨਾਵਾਂ, ਸੰਵੇਗਾਂ, ਅਹਿਸਾਸ ਦੇ ਰੂਪ ਵਿੱਚ ਸਮਝਿਆ ਜਾ ਸਕਦਾ ਹੈ, ਜਿਸ ਨੂੰ ਮਾਪਿਆ ਨਹੀਂ ਜਾ ਸਕਦਾ ਪਰੰਤੂ ਅੰਦਰੂਨੀ ਨਿਰੀਖਣ ਕੀਤਾ ਜਾ ਸਕਦਾ ਹੈ ਜੀ। ਅੰਦਰ ਦੇਖਣ ਦੀ ਪ੍ਰਕਿਰਿਆ ਉਹਨਾਂ ਨੇ ਇਜਾਦ ਕੀਤੀ ਜੀ, ਕਿ ਇਸ ਦੀ ਕੋਈ ਵੀ ਵਿਅਕਤੀ ਹੈ ਉਸ ਦਾ ਅਸੀਂ ਮਨੋਵਿਗਿਆਨਿਕ ਤਰੀਕੇ ਦੇ ਨਾਲ ਵੱਖ-ਵੱਖ ਕਿਰਿਆਵਾਂ ਕਰਕੇ ਪ੍ਰਯੋਗਾਂ ਦੁਆਰਾ ਆਪਾਂ ਉਸ ਦੀ ਚੇਤਨਾ ਨੂੰ ਮੰਨ ਸਕਦੇ ਹਾਂ ਜੀ, ਮਾਪ ਸਕਦੇ ਹਾਂ। ਮਨੋਵਿਗਿਆਨ ਦੀ ਇਸ ਪਰਿਭਾਸ਼ਾ ਨੂੰ ਅਸਵੀਕਾਰ ਕਰ ਦਿੱਤਾ ਗਿਆ ਜੀ। ਹੁਣ ਚੇਤਨਾ ਨੂੰ ਵੀ ਅਸਵੀਕਾਰ ਕਰ ਦਿੱਤਾ ਗਿਆ। ਕਿਉਂ ਕਰ ਦਿੱਤਾ ਗਿਆ ਜੀ? ਕਿ ਚੇਤਨਾ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਪਰਿਭਾਸ਼ਿਤ ਕਰ ਸਕਦੇ ਹੋ, ਕਿਸੇ ਵਿਅਕਤੀ ਦੀ ਚੇਤਨ ਅਵਸਥਾ ਨੂੰ ਤੁਸੀਂ ਕਿਵੇਂ ਨਾਪ ਸਕਦੇ ਹੋ, ਕਿਵੇਂ ਉਸ ਦੀਆਂ ਕਿਰਿਆਵਾਂ ਦੇ ਲਈ ਤੁਸੀਂ ਅਧਿਐਨ ਕਰਕੇ ਅੰਦਰੂਨੀ ਨਿਰੀਖਣ ਕਰ ਸਕਦੇ ਹੋ ਜੀ। ਇਸ ਨੂੰ ਵਿਗਿਆਨਿਕ ਤੌਰ ਤੇ ਫਿਰ ਨਕਾਰ ਦਿੱਤਾ ਗਿਆ ਜੀ। ਉਸ ਤੋਂ ਬਾਅਦ 19ਵੀਂ ਸਦੀ ਵਿੱਚ ਆ ਕੇ ਇੱਕ ਫਿਰ ਗੱਲ ਉੱਠੀ ਕਿ ਮਨੋਵਿਗਿਆਨ ਨੂੰ ਵਿਵਹਾਰਵਾਦ ਮੰਨ ਸਕਦੇ ਹਾਂ ਜੀ, ਵਿਵਹਾਰ ਦਾ ਅਧਿਐਨ ਮੰਨ ਸਕਦੇ ਹਾਂ। ਤਾਂ ਮਨੋਵਿਗਿਆਨ ਨੂੰ ਹੁਣ ਜਿਹੜਾ ਕੀ ਮੰਨਿਆ ਜਾਂਦਾ ਹੈ ਜੀ, ਵਿਵਹਾਰ ਦਾ ਅਧਿਐਨ ਮੰਨਿਆ ਜਾਂਦਾ ਹੈ। 19ਵੀਂ ਸਦੀ ਤੋਂ ਬਾਅਦ ਆਧੁਨਿਕ ਵਿਗਿਆਨ ਯੁੱਗ ਵਿੱਚ ਮਨੋਵਿਗਿਆਨ ਨੂੰ ਵਿਵਹਾਰ ਦੇ ਅਧਿਐਨ ਦੇ ਰੂਪ ਵਿੱਚ ਪਰਿਭਾਸ਼ਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ ਜੀ। ਬ੍ਰਿਟਿਸ਼ ਮਨੋਵਿਗਿਆਨਿਕ ਹੋਏ ਹਨ ਜੀ ਵਿਲੀਅਮ ਮੈਕਡੂਗਲ। ਇਹ ਸਭ ਗੱਲਾਂ ਮੈਂ ਤੁਹਾਨੂੰ ਦੱਸ ਦਿੰਦਾ ਜੀ। ਇੱਕ ਬ੍ਰਿਟਿਸ਼ ਮਨੋਵਿਗਿਆਨਿਕ ਹੋਏ ਹਨ ਜੀ MC ਡੁਗਲ। ਉਹਨਾਂ ਨੇ ਇਸ ਨੂੰ ਸਭ ਤੋਂ ਪਹਿਲਾਂ ਪਰਿਭਾਸ਼ਿਤ ਕੀਤਾ ਜੀ ਕਿ ਮਨੋਵਿਗਿਆਨ ਆਖਿਰ ਹੈ ਕੀ ਚੀਜ਼। ਉਹਨਾਂ ਨੇ ਕਿਹਾ ਜੀ 1913 ਦੇ ਵਿੱਚ ਇਸ ਦੇ ਉੱਤੇ ਉਹਨਾਂ ਨੇ ਕੰਮ ਕੀਤਾ। ਉਹਨਾਂ ਨੇ ਕਿਹਾ ਕਿ ਜੀ ਜਿਹੜਾ ਮਨੋਵਿਗਿਆਨ ਹੈ ਉਹ ਇੱਕ ਵਿਵਹਾਰ ਦਾ ਅਧਿਐਨ ਹੈ ਜੀ। ਉਸ ਤੋਂ ਬਾਅਦ ਵੱਖ-ਵੱਖ ਜਿਹੜੇ ਮਨੋਵਿਗਿਆਨਿਕ ਹੋਏ ਉਹਨਾਂ ਨੇ ਕੰਮ ਕੀਤਾ, ਪਰ ਸਭ ਤੋਂ ਜ਼ਿਆਦਾ ਕੰਮ ਤੇ ਸਭ ਤੋਂ ਜ਼ਿਆਦਾ ਜਿਹੜਾ ਨਿਰੀਖਣ ਕੀਤੇ ਤੇ ਜਿਨ੍ਹਾਂ ਦਾ ਅੱਜ ਵੀ ਪ੍ਰਯੋਗ ਲੈ ਕੇ ਬੱਚਿਆਂ ਦਾ ਅਧਿਐਨ ਕੀਤਾ ਜਾ ਰਿਹਾ ਹੈ ਉਹ ਹੈ ਜੀ ਪਿਤਾਮਾ, ਜਿਨ੍ਹਾਂ ਨੂੰ ਮੰਨਿਆ ਜਾਂਦਾ ਹੈ ਵਾਟਸਨ, JV ਵਾਟਸਨ, ਜਿਨ੍ਹਾਂ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਦੱਸ ਚੁੱਕਿਆ ਹਾਂ। JV ਵਾਟਸਨ ਨੇ ਮਨੁੱਖ ਅਤੇ ਜਾਨਵਰਾਂ ਦੋਵਾਂ ਦੇ ਵਿਵਹਾਰ ਨੂੰ ਸ਼ਾਮਿਲ ਕਰਕੇ ਵਿਵਹਾਰ ਸ਼ਬਦ ਦਾ ਸੰਕਲਪ ਦਿੱਤਾ ਜੀ। ਇਹਦੇ ਵਿੱਚ ਉਹਨਾਂ ਨੇ ਜਾਨਵਰ ਅਤੇ ਮਨੁੱਖ ਦੋਵਾਂ ਨੂੰ ਸ਼ਾਮਿਲ ਕੀਤਾ। ਉਸ ਤੋਂ ਬਾਅਦ ਉਹਨਾਂ ਨੇ ਇਹ ਵਿਗਿਆਨ ਵਿਵਹਾਰ ਦੇ ਵਿਗਿਆਨ ਵਜੋਂ ਪਰਿਭਾਸ਼ਿਤ ਕੀਤਾ ਜੀ। ਤਾਂ ਜੀ ਇੱਕ ਬਹੁਤ ਹੀ ਚੰਗੀ ਪਰਿਭਾਸ਼ਾ ਹੈ ਜੀ ਕਿ ਸਭ ਤੋਂ ਪਹਿਲਾਂ ਮਨੋਵਿਗਿਆਨ ਨੇ ਆਪਣੀ ਆਤਮਾ ਨੂੰ ਖੋਇਆ, ਉਸ ਤੋਂ ਬਾਅਦ ਉਸਨੇ ਮਨ ਨੂੰ ਖੋ ਦਿੱਤਾ, ਉਸ ਤੋਂ ਬਾਅਦ ਉਸਨੇ ਆਪਣੀ ਚੇਤਨਾ ਨੂੰ ਵੀ ਗਵਾ ਦਿੱਤੀ ਤੇ ਹੁਣ ਉਹ ਵਿਵਹਾਰ ਦੇ ਉੱਤੇ ਕੰਮ ਕਰ ਰਿਹਾ ਹੈ ਜੀ। ਇਸ ਤਰੀਕੇ ਦੇ ਨਾਲ ਤੁਸੀਂ ਯਾਦ ਰੱਖ ਸਕਦੇ ਹੋ, ਆਤਮਾ, ਮਨ, ਚੇਤਨਾ, ਵਿਵਹਾਰ। ਸਭ ਤੋਂ ਪਹਿਲਾਂ ਇਸ ਨੂੰ ਆਤਮਾ ਦਾ ਵਿਗਿਆਨ ਮੰਨਿਆ ਜਾਂਦਾ ਸੀ। ਉਸ ਤੋਂ ਬਾਅਦ ਗ੍ਰੀਕ ਮਨੋਵਿਗਿਆਨਿਕ ਹੋਏ, ਉਹਨਾਂ ਨੇ ਇਸ ਨੂੰ ਮਨ ਦਾ ਵਿਗਿਆਨ ਮੰਨਿਆ। ਉਸ ਤੋਂ ਬਾਅਦ ਇਸ ਨੂੰ ਦਰਸ਼ਨ ਸ਼ਾਸਤਰੀਆਂ ਨੇ ਚੇਤਨਾ ਦਾ ਵਿਗਿਆਨ ਮੰਨਿਆ।
ਹੁਣ ਇਸ ਨੂੰ ਵਿਵਹਾਰ ਦਾ ਵਿਗਿਆਨ ਮੰਨਿਆ ਜਾਂਦਾ ਹੈ ਜੀ। ਜੇ.ਵੀ. ਵਾਟਸਨ ਨੇ ਵਿਵਹਾਰਵਾਦ ਦੇ ਲਈ ਇੱਕ ਬਹੁਤ ਹੀ ਵੱਡੀ ਪਰਿਭਾਸ਼ਾ ਦਿੱਤੀ ਹੋਈ ਹੈ ਜੀ। ਇਸ ਤੋਂ ਇਲਾਵਾ ਇੱਕ ਉਹਨਾਂ ਦਾ ਫੇਮਸ ਜਿਹੜਾ ਵਿਚਾਰ ਹੈ ਜੀ, ਕੋਟ ਹੈ ਜੀ, ਉਹ ਕੀ ਕਹਿੰਦੇ ਹਨ, ਇਹ ਅੰਗਰੇਜ਼ੀ ਦੇ ਵਿੱਚ ਹੈ, ਮੈਂ ਤੁਹਾਨੂੰ ਪੜ੍ਹ ਕੇ ਸੁਣਾ ਦਿੰਦਾ ਹਾਂ। ਉਸ ਤੋਂ ਬਾਅਦ ਇਹਨੂੰ ਪੰਜਾਬੀ ਦੇ ਵਿੱਚ ਮੈਂ ਤੁਹਾਨੂੰ ਦੱਸ ਦਿੰਦਾ ਜੀ। ਗਿਵ ਮੀ ਏ ਡਜ਼ਨ ਆਫ ਹੈਲਦੀ ਇਨਫੈਂਟਸ ਵੈਲ ਫੋਰਮਡ ਐਂਡ ਮਾਈ ਓਵਨ ਸਪੈਸੀਫਾਈਡ ਵਰਡ to bring them up in, and I guarantee to take any one at random and train him to become any type of specialist. I might select doctor, lawyer, artist, merchant, chief, and yes, even beggar man and thief, regardless of his talents, punchets, tendencies, ability, vocations, and race of his exteriors. ਇਸ ਦੇ ਵਿੱਚ ਉਸਨੇ ਕਿਹਾ ਕਿ ਤੁਸੀਂ ਮੈਨੂੰ 1 ਦਰਜਨ ਬੱਚੇ ਦੇ ਦਿਓ ਜੀ, ਕਿਸੇ ਵੀ ਜਾਤੀ ਦੇ ਹੋਣ, ਕਿਸੇ ਵੀ ਧਰਮ ਦੇ ਹੋਣ, ਕਿਉਂ ਜਿਹਾ ਵੀ ਉਹਨਾਂ ਦਾ ਵਿਵਹਾਰ ਹੋਵੇ ਜੀ, ਤੁਸੀਂ ਮੈਨੂੰ 1 ਦਰਜਨ ਬੱਚੇ ਦਿਓ। ਤੁਸੀਂ ਜੋ ਕੋਈ ਵੀ ਬੱਚਾ ਉਸ ਦੇ ਵਿੱਚੋਂ ਰੈਂਡਮਲੀ ਚੂਜ਼ ਕਰਕੇ ਦੱਸ ਦਿਓਗੇ ਜੀ, ਇਸ ਨੂੰ ਇਸ ਤਰੀਕੇ ਦਾ ਬਣਾਉਣਾ ਹੈ। ਉਹ ਕਹਿੰਦਾ ਜੀ ਮੈਂ ਉਸ ਨੂੰ ਡਾਕਟਰ ਬਣਾ ਸਕਦਾ, ਉਸ ਨੂੰ ਵਕੀਲ ਬਣਾ ਸਕਦਾ, ਉਸ ਨੂੰ ਮੈਂ ਆਰਟਿਸਟ ਬਣਾ ਸਕਦਾ, ਉਸ ਨੂੰ ਮੈਂ ਮਰਚੈਂਟ ਚੀਫ ਬਣਾ ਸਕਦਾ। ਅਤੇ ਇੱਥੇ ਤੱਕ ਵੀ ਉਸਨੇ ਕਿਹਾ ਕਿ ਜੀ ਮੈਂ ਉਸ ਨੂੰ ਇੱਕ ਭਿਖਾਰੀ ਬਣਾ ਸਕਦਾ ਹਾਂ, ਉਸ ਨੂੰ ਇੱਕ ਚੋਰ ਬਣਾ ਸਕਦਾ ਹਾਂ। ਜਿਹੜਾ ਉਸ ਦਾ ਵਿਵਹਾਰ ਨਹੀਂ ਹੈ, ਜਿਹੜਾ ਚੀਜ਼ ਉਹ ਨਹੀਂ ਕਰ ਰਿਹਾ, ਉਸ ਤੋਂ ਮੈਂ ਉਸ ਨੂੰ ਉਲਟ ਬਣਾ ਸਕਦਾ ਹਾਂ ਜੀ। ਇੱਥੇ ਉਹਨਾਂ ਨੇ ਇੱਕ ਗੱਲ ਅੱਗੇ ਚੱਲ ਕੇ ਤੁਹਾਨੂੰ ਹੋਰ ਸਮਝ ਆ ਜਾਏਗੀ, ਮੈਂ ਤੁਹਾਨੂੰ ਦੱਸ ਦਿੰਦਾ। ਇੱਥੇ ਉਹਨਾਂ ਨੇ ਇੱਕ ਗੱਲ ਬਿਲਕੁਲ ਨਕਾਰ ਦਿੱਤੀ ਜੀ, ਜਿਹੜੀ ਕਿ ਬਹੁਤ ਇੰਪੋਰਟੈਂਟ ਹੈ। ਅੱਗੇ ਡਿਵੈਲਪਮੈਂਟ ਦੇ ਚੈਪਟਰਾਂ ਦੇ ਵਿੱਚ ਤੁਸੀਂ ਪਿਛਲੇ ਸਾਲ ਪੜ੍ਹੀ ਵੀ ਹੋਣੀ ਹੈ ਜੀ। ਉਹਨਾਂ ਨੇ ਕਿਹਾ ਹੈ ਕਿ ਡਿਵੈਲਪਮੈਂਟ ਮੰਨਦਾ ਹੈ ਕਿ ਜਿਹੜੀ ਆਪਣੀ ਹੈਰੀਡਿਟੀ ਅਤੇ ਇਨਵਾਇਰਮੈਂਟ ਦੋਨੋਂ ਕਿਤੇ ਨਾ ਕਿਤੇ ਬੱਚੇ ਨੂੰ ਬਹੁਤ ਜ਼ਿਆਦਾ ਪ੍ਰਭਾਵਿਤ ਕਰਦੇ ਹਨ, ਕਿਉਂਕਿ ਡਿਵੈਲਪਮੈਂਟ ਜਿਹੜਾ ਹੈ ਉਹ ਹੈਰੀਡਿਟੀ ਅਤੇ ਵਾਤਾਵਰਣ ਦਾ ਜੀ ਗੁਣਨਫਲ ਹੈ। ਪਰ ਜੇ.ਵੀ. ਵਾਟਸਨ ਨੇ ਇੱਕ ਇੱਥੇ ਗੱਲ ਸਪਸ਼ਟ ਕਰ ਦਿੱਤੀ ਕਿ ਵਾਤਾਵਰਣ ਹੀ ਸਭ ਤੋਂ ਵੱਡਾ ਹੈ ਜੀ। ਹੈਰੀਡਿਟੀ, ਅਗਰ ਕੋਈ ਵਿਅਕਤੀ ਕਿਸੇ ਵੀ ਪ੍ਰਕਾਰ ਦੀ ਹੈਰੀਡਿਟੀ ਲੈ ਕੇ ਆਇਆ ਹੋਵੇ, ਅਨੁਵਾਂਸ਼ਿਕਤਾ ਉਹਦੇ ਵਿੱਚ ਕਿਸੇ ਵੀ ਪ੍ਰਕਾਰ ਦੀ ਹੋਵੇ, ਉਹਨਾਂ ਨੇ ਉਸ ਨੂੰ ਬਿਲਕੁਲ ਨਕਾਰ ਦਿੱਤਾ ਜੀ। ਵਿਅਕਤੀ ਦੇ ਵਿੱਚ ਹੈਰੀਡਿਟੀ ਦੇ ਗੁਣ ਨੂੰ ਨਕਾਰ ਦਿੱਤਾ। ਸਭ ਤੋਂ ਜ਼ਿਆਦਾ ਉਹਨਾਂ ਨੇ ਸਿਰਫ 2 ਗੱਲਾਂ ਨੂੰ ਜ਼ਿਆਦਾ ਤਵੱਜੋ ਦਿੱਤੀ ਜੀ। ਉਹਨਾਂ ਨੇ ਕਿਹਾ ਕਿ ਮੈਂ ਵਾਰ-ਵਾਰ ਜੇ ਇੱਕੋ ਹੀ ਕੰਮ ਨੂੰ ਕਰਵਾਵਾਂਗਾ, ਉਹਦਾ ਅਨੁਕੂਲਨ ਕਰਵਾ ਦੇਵਾਂਗਾ, ਉਸ ਦੇ ਨਾਲ ਉਸ ਨੂੰ ਜੋੜ ਦੇਵਾਂਗਾ ਅਤੇ ਮੈਂ ਇਸ ਤਰ੍ਹਾਂ ਦਾ ਵਾਤਾਵਰਣ ਦੇਵਾਂਗਾ, ਕਿਉਂਕਿ ਉਹਨਾਂ ਨੇ ਗੱਲ ਕਹੀ ਹੈ ਕਿ ਜੀ ਮਾਈ ਓਵਨ ਸਪੈਸੀਫਾਈਡ ਵਰਲਡ, ਜਿਹੜਾ ਉਹਨਾਂ ਦਾ ਆਪਣਾ ਵਾਤਾਵਰਣ ਹੈ, ਜਿਹੜਾ ਉਹਨਾਂ ਨੇ ਸੰਸਾਰ ਰਚਿਆ, ਉਸ ਦੇ ਵਿੱਚ ਉਹ ਵਿਚਾਰੇਗੇ, ਉਸ ਨੂੰ ਵਿਚਰਨ ਦੇ ਲਈ ਉਹਨਾਂ ਨੂੰ ਮੌਕਾ ਦੇਗਾ ਬੱਚਿਆਂ ਨੂੰ। ਤਾਂ ਉਹ ਕਹਿੰਦੇ ਹੈ ਜੀ ਤੁਸੀਂ ਕਹੋਗੇ ਉਹ ਮੇਰੇ ਵਾਤਾਵਰਣ ਵਿੱਚ ਵਿਚਰਨ ਤੋਂ ਬਾਅਦ ਤੁਸੀਂ ਉਸ ਨੂੰ ਜੋ ਮੰਗੋਗੇ, ਜੋ ਕਹੋਗੇ, ਮੈਂ ਉਸ ਨੂੰ ਡਾਕਟਰ ਬਣਾ ਸਕਦਾ, ਲਾਇਰ, ਆਰਟਿਸਟ, ਮਰਚੈਂਟ ਚੀਫ, ਜੋ ਮਰਚੈਂਟ ਚੀਫ ਅਤੇ ਥੀਫ ਵੀ ਅਤੇ ਬੈਗਰ। ਤਾਂ ਇੱਥੇ ਗੱਲ ਉਹਨਾਂ ਨੇ ਸਪਸ਼ਟ ਕਰ ਦਿੱਤੀ ਕਿ ਵਿਵਹਾਰਵਾਦ ਦੇ ਦੁਆਰਾ ਉਹ ਕਿਸੇ ਵੀ ਬੱਚੇ ਨੂੰ ਕਿਸੇ ਵੀ ਤਰੀਕੇ ਦੇ ਵਿੱਚ ਢਾਲ ਕੇ ਉਸ ਨੂੰ ਇੱਕ ਚੰਗਾ ਅਤੇ ਮਾੜਾ ਇਨਸਾਨ ਬਣਾ ਸਕਦੇ ਹਨ। ਇਸ ਦੇ ਉੱਤੇ ਉਹਨਾਂ ਨੇ ਇੱਕ ਪ੍ਰਯੋਗ ਵੀ ਕੀਤਾ ਜੀ, ਜਿਹੜਾ ਲਿਟਲ ਅਲਬਰਟ ਇੱਕ ਬੱਚਾ ਸੀ ਜੀ। ਲਿਟਲ ਅਲਬਰਟ 11 ਸਾਲ ਦਾ ਬੱਚਾ ਸੀ ਜੀ। ਇਸ ਦੇ ਬਾਰੇ ਆਪਾਂ ਅੱਗੇ ਪੜ੍ਹਾਂਗੇ ਜੀ। 11 ਸਾਲ ਦਾ ਜਿਹੜਾ ਬੱਚਾ ਸੀ, ਉਸ ਦੇ ਉੱਤੇ ਇਹਨਾਂ ਨੇ ਪ੍ਰਯੋਗ ਕੀਤਾ। ਇਹਨਾਂ ਨੇ ਇਹ ਇੱਕ ਆਰਟੀਕਲ ਪਬਲਿਸ਼ ਕੀਤਾ ਜੀ, ਜਿਹਦਾ ਨਾਂ ਹੈ ਸਾਈਕੋਲੋਜੀ ਐਜ਼ ਦਾ ਬਿਹੇਵੀਅਰਿਸਟ ਵਿਊ। ਇਹਨਾਂ ਨੇ ਕਿਹਾ ਕਿ ਕਿਸ ਤਰੀਕੇ ਦੇ ਨਾਲ ਵਿਵਹਾਰਵਾਦੀਆਂ ਦਾ ਕਿਸ ਤਰ੍ਹਾਂ ਦੀ ਸੋਚ ਹੈ ਜੀ ਮਨੋਵਿਗਿਆਨਿਕ ਦੇ ਪ੍ਰਤੀ। ਹੁਣ ਪੜ੍ਹਦੇ ਹਾਂ ਜੀ ਵਿਵਹਾਰਵਾਦ ਦਾ ਸੰਕਲਪ। ਵਿਵਹਾਰਵਾਦ ਦਾ ਸੰਕਲਪ ਇਸ ਤਰੀਕੇ ਦੇ ਨਾਲ ਹੈ ਜੀ ਕਿ ਵਿਵਹਾਰਵਾਦ ਦੇ ਵਿੱਚ ਜੇ.ਵੀ. ਵਾਟਸਨ ਦੁਆਰਾ ਇਹ ਪੇਸ਼ ਕੀਤਾ ਗਿਆ ਹੈ। ਇਹ ਇੱਕ ਮਨੋਵਿਗਿਆਨਿਕ ਪ੍ਰਣਾਲੀ ਦੀ ਵਿਚਾਰਧਾਰਾ ਹੈ ਜੀ। ਇਸ ਦੇ ਵਿੱਚ ਉਹਨਾਂ ਨੇ ਜੀਵਾਂ, ਮਨੁੱਖ ਦੋਵਾਂ ਦੇ ਵਿਵਹਾਰ ਦਾ ਅਧਿਐਨ ਕੀਤਾ ਜੀ। ਦੋਵਾਂ ਦੀ ਵਿਚਾਰਧਾਰਾ ਨੂੰ ਕਿਸ ਤਰੀਕੇ ਦੇ ਨਾਲ ਉਹਨਾਂ ਨੇ ਅਨੁਕੂਲਨ ਕੀਤਾ ਹੈ, ਇਸ ਵਿਚਾਰਧਾਰਾ ਦੇ ਵਿੱਚ ਉਹਨਾਂ ਨੇ ਸਵੀਕਾਰ ਕੀਤਾ ਜੀ। ਉਹਨਾਂ ਨੇ ਚੇਤਨਾ, ਮਨ, ਆਤਮਾ ਸਭ ਚੀਜ਼ਾਂ ਨੂੰ ਨਕਾਰ ਕੇ ਵਿਵਹਾਰਵਾਦ ਦਾ ਅਧਿਐਨ ਕੀਤਾ ਜੀ। ਵਿਵਹਾਰਵਾਦ ਦਾ ਸੰਕਲਪ ਕੀ ਹੈ? ਇਸ ਤੋਂ ਇਲਾਵਾ ਜੇ.ਵੀ. ਵਾਟਸਨ ਤੋਂ ਇਲਾਵਾ ਹੋਰ ਵੀ ਜਿਹੜੇ ਮਨੋਵਿਗਿਆਨਿਕ ਹੋਏ ਹਨ, ਉਹ ਹਨ ਜੀ ਪਾਵਲੋਵ,
ਪਾਵਲਵ ਹੈ ਜੀ। ਪਾਵਲਵ ਤੋਂ ਇਲਾਵਾ ਟੋਲਮੈਨ ਹੈ ਜੀ। ਹਲ, ਸਕਿਨਰ, ਗੁਥਰੀ, ਇਹ ਸਭ ਜਿਹੜੇ ਹੋਏ ਹਨ ਇਹ ਵਿਵਹਾਰਵਾਦ ਦੀ ਸੋਚ ਰੱਖਣ ਵਾਲੇ ਮਨੋਵਿਗਿਆਨਿਕ ਸਨ। ਇਹਨਾਂ ਨੇ ਜੀਵਾਂ ਦੇ ਉੱਤੇ ਵਿਵਹਾਰ ਦਾ ਜਿਹੜਾ ਨਿਯਮ ਹੈ ਉਹ ਲਾਗੂ ਕਰਕੇ ਵੇਖਿਆ, ਪਰੀਖਣ ਕਰ ਕਰਕੇ ਵੇਖੇ ਜੀ, ਪ੍ਰਯੋਗ ਕਰ ਕਰਕੇ ਵੇਖਿਆ। ਉਹਨਾਂ ਨੇ ਜਿਹੜਾ ਚੇਤਨਾ ਦਾ, ਜਿਸ ਨੂੰ ਉਹਨਾਂ ਨੇ ਕਿਹਾ ਕਿ ਦੇਖਿਆ ਨਹੀਂ ਜਾ ਸਕਦਾ, ਛੂਹਿਆ ਨਹੀਂ ਜਾ ਸਕਦਾ, ਪਰਖਿਆ ਨਹੀਂ ਜਾ ਸਕਦਾ, ਤੁਸੀਂ ਪਰਖ ਨਲੀ ਵਿੱਚ ਪਰਖ ਨਹੀਂ ਸਕਦੇ, ਉਸ ਨੂੰ ਤੁਸੀਂ ਕਰਕੇ ਵਿਖਾ ਨਹੀਂ ਸਕਦੇ ਕਿਸੇ ਨੂੰ। ਤੁਸੀਂ ਕਿਸੇ ਨੂੰ ਇਹ ਨਹੀਂ ਕਹਿ ਸਕਦੇ ਕਿ ਇਹਦੀ ਚੇਤਨਾ ਘੱਟ ਹੈ, ਵੱਧ ਹੈ, ਇਹਦਾ ਮਨ ਸਾਫ਼ ਹੈ, ਗੰਦਾ ਹੈ। ਇਸ ਤਰੀਕੇ ਦੀ ਤੁਸੀਂ ਜੇਕਰ ਕਿਰਿਆ ਨਹੀਂ ਕਰ ਸਕਦੇ ਤਾਂ ਤੁਸੀਂ ਚੇਤਨਾ, ਮਨ ਤੇ ਆਤਮਾ ਦਾ ਵਿਗਿਆਨ ਜਿਹੜਾ ਕਿਹਾ ਹੈ ਉਹ ਗਲਤ ਹੈ ਜੀ। ਤਾਂ ਵਿਵਹਾਰਵਾਦ ਦੀ ਵਿਚਾਰਧਾਰਾ ਉਹਨਾਂ ਨੇ, ਇਹਨਾਂ ਮਨੋਵਿਗਿਆਨਿਕਾਂ ਨੇ ਪੇਸ਼ ਕੀਤੀ ਜੀ। ਵਿਵਹਾਰਵਾਦ ਨੇ ਇਹ ਵਿਚਾਰਧਾਰਾ ਬਣਾਈ ਹੈ ਕਿ ਮਨੋਵਿਗਿਆਨ ਕੇਵਲ ਉਸ ਦਾ ਹੀ ਵੇਰਵਾ ਦਿੰਦਾ ਹੈ ਤੇ ਮਾਪਦਾ ਹੈ ਜਿਸ ਦਾ ਸਿੱਧੇ ਜਾਂ ਅਸਿੱਧੇ ਕਿਸੇ ਯੰਤਰ ਦੀ ਸਹਾਇਤਾ ਨਾਲ ਨਿਰੀਖਣ ਕੀਤਾ ਜਾ ਸਕਦਾ ਜੀ। ਵਿਵਹਾਰਵਾਦੀ ਮੰਨਦੇ ਹਨ ਕਿ ਅਸੀਂ ਮੰਨ ਲੈਂਦੇ ਹਾਂ ਕਿ ਚੇਤਨਾ, ਆਤਮਾ ਕੋਈ ਚੀਜ਼ ਹੁੰਦੀ ਹੈ ਜੇਕਰ ਤੁਸੀਂ ਸਾਨੂੰ ਉਸ ਦਾ ਪ੍ਰਯੋਗ ਕਰਕੇ ਵਿਖਾ ਦਿਓ ਜੀ। ਇੱਥੇ J.V. ਵਾਟਸਨ ਨੇ ਖਰਗੋਸ਼ ਦੇ ਨਾਲ, ਅਲਬਰਟ ਜਿਹੜਾ ਬੱਚਾ ਸੀ ਉਸ ਦੇ ਨਾਲ ਪ੍ਰਯੋਗ ਕੀਤਾ। ਇਸ ਤੋਂ ਇਲਾਵਾ ਪਾਵਲੋਵ ਜਿਹਨੇ ਕੁੱਤੇ ਵਾਲਾ ਪ੍ਰਯੋਗ ਕੀਤਾ ਜੀ, ਹਲ ਨੇ ਚੂਹੇ ਵਾਲਾ, ਸਕਿਨਰ ਨੇ ਚੂਹੇ ਤੇ ਕਬੂਤਰ ਵਾਲਾ। ਵੱਖ-ਵੱਖ ਮਨੋਵਿਗਿਆਨਿਕਾਂ ਨੇ ਵੱਖ-ਵੱਖ ਤਰੀਕੇ ਦੇ ਪ੍ਰਯੋਗ ਕੀਤੇ ਸਨ, ਪਰ ਉਹਨਾਂ ਸਾਰੇ ਪ੍ਰਯੋਗਾਂ ਦੇ ਵਿੱਚ ਉਹਨਾਂ ਨੇ ਕਿਤੇ ਨਾ ਕਿਤੇ ਜਿਹੜਾ ਵਿਵਹਾਰ ਵਿੱਚ ਪਰਿਵਰਤਨ ਹੋਇਆ ਉਸ ਨੂੰ ਮਾਪਣ ਦੇ ਤਰੀਕੇ ਦੱਸੇ ਸਨ। ਤਾਂ ਇਸ ਤਰੀਕੇ ਦੇ ਨਾਲ ਜੋ ਚੀਜ਼ ਮਾਪੀ ਜਾ ਸਕਦੀ ਹੈ, ਕਿਸੇ ਯੰਤਰ ਦੀ ਸਹਾਇਤਾ ਨਾਲ ਤੁਸੀਂ ਮਾਪ ਸਕਦੇ ਹੋ, ਉਸ ਨੇ ਵਿਵਹਾਰਵਾਦੀਆਂ ਨੇ ਕਿਹਾ ਕਿ ਉਹ ਚੀਜ਼ ਸਹੀ ਹੈ ਜੀ। ਜਿਸ ਚੀਜ਼ ਨੂੰ ਤੁਸੀਂ ਮਾਪ ਨਹੀਂ ਸਕਦੇ, ਜਿਹੜੀ ਤੁਸੀਂ ਸਪਸ਼ਟ ਨਹੀਂ ਕਰ ਸਕਦੇ, ਜਿਹੜੀ ਵਿਖ ਨਹੀਂ ਸਕਦੀ, ਉਸ ਨੂੰ ਤੁਸੀਂ ਕਦੇ ਵੀ ਵਿਵਹਾਰਵਾਦੀਆਂ ਦੀ ਵਿਚਾਰਧਾਰਾ ਵਿੱਚ ਜੋੜ ਨਹੀਂ ਸਕਦੇ ਜੀ। ਅੱਗੇ ਹੈ ਜੀ ਵਿਵਹਾਰਵਾਦ ਦੀਆਂ ਕਿਸਮਾਂ। ਵਿਵਹਾਰਵਾਦ ਨੂੰ ਦੋ ਕਿਸਮਾਂ ਦੇ ਵਿੱਚ ਵੰਡਿਆ ਜੀ, ਪਰਥਕ ਜਾਂ ਸਪਸ਼ਟ ਵਿਵਹਾਰ, ਆਵਰੇਟਡ ਬਿਹੇਵੀਅਰ, ਤੇ ਜਿਹੜਾ ਅਪਰਥਕ ਜਾਂ ਲੁਕਿਆ ਹੋਇਆ ਵਿਵਹਾਰ ਹੈ ਜੀ, ਦੋ ਭਾਗਾਂ ਵਿੱਚ ਵੰਡਿਆ ਹੋਇਆ। ਪੜ੍ਹਦੇ ਹਾਂ ਜੀ। ਪਹਿਲਾ ਜਿਹੜਾ ਸਪਸ਼ਟ ਵਿਵਹਾਰ ਹੈ, ਨਾਂ ਤੋਂ ਹੀ ਪਤਾ ਲੱਗਦਾ ਹੈ ਜੀ, ਇਸ ਵਿੱਚ ਉਹ ਕਿਰਿਆਵਾਂ ਸ਼ਾਮਿਲ ਹਨ ਜਿਨ੍ਹਾਂ ਨੂੰ ਸਿੱਧੇ ਤੌਰ ਤੇ ਦੇਖਿਆ ਜਾ ਸਕਦਾ ਹੈ ਜੀ, ਤੁਸੀਂ ਵੇਖ ਸਕਦੇ ਹੋ, ਜਿਨ੍ਹਾਂ ਦਾ ਪ੍ਰਯੋਗ ਕਰ ਸਕਦੇ ਹੋ, ਪਰੀਖਣ ਕੀਤਾ ਜਾ ਸਕਦਾ ਹੈ ਜੀ, ਟੈਸਟਿੰਗ ਕੀਤੀ ਜਾ ਸਕਦੀ ਹੈ, ਮਾਪਿਆ ਜਾ ਸਕਦਾ ਹੈ, ਜਿਵੇਂ ਤੁਰਨਾ, ਚਿਹਰੇ ਦੇ ਹਾਵ ਭਾਵ ਅਤੇ ਹੱਥਾਂ ਦੀਆਂ ਕਿਰਿਆਵਾਂ ਅਤੇ ਸਥਿਤੀਆਂ। ਇਹ ਸਭ ਕੁਝ ਕਿਸ ਦੇ ਵਿੱਚ ਹੈ ਜੀ? ਸਪਸ਼ਟ ਜਿਹੜਾ ਵਿਵਹਾਰ ਹੈ ਉਸ ਦੇ ਵਿੱਚ। ਅਪਰਥਕ ਜਾਂ ਲੁਕਿਆ ਹੋਇਆ ਵਿਵਹਾਰ ਕੀ ਹੈ ਜੀ? ਇਹ ਜੀ ਕਾਰਜਗੁਜ਼ਾਰੀ ਨਾਲ ਸੰਬੰਧਿਤ ਹੈ ਜਿਸ ਨੂੰ ਸਿੱਧੇ ਤੌਰ ਤੇ ਨਹੀਂ ਜਾਣਿਆ ਜਾ ਸਕਦਾ। ਇਹ ਅੰਦਰੂਨੀ ਪ੍ਰਕਿਰਿਆ ਹੁੰਦੀ ਹੈ ਜੀ, ਜਿਹੜੀ ਦੂਜਿਆਂ ਨੂੰ ਨਹੀਂ ਦਿਖਾਈ ਦਿੰਦੀ, ਜਿਵੇਂ ਸੋਚਣਾ, ਕਲਪਨਾ ਕਰਨੀ, ਭਾਵਨਾਵਾਂ, ਰਵੱਈਆ ਅਤੇ ਵਿਸ਼ਵਾਸ। ਤਾਂ ਜੀ ਪਰਥਕ ਜਾਂ ਸਪਸ਼ਟ ਵਿਵਹਾਰ ਜਿਸ ਨੂੰ ਦੇਖਿਆ ਜਾ, ਪ੍ਰਯੋਗ ਕੀਤਾ ਜਾ ਸਕੇ, J.V. ਵਾਟਸਨ ਨੇ ਇਸ ਦੀ ਪੈਰਵੀ ਕੀਤੀ ਹੈ ਜੀ। J.V. ਵਾਟਸਨ ਨੇ ਇਸ ਵਿਵਹਾਰ ਦੇ ਉੱਤੇ ਹੀ ਜ਼ਿਆਦਾ ਜ਼ੋਰ ਦਿੱਤਾ ਹੈ। ਪਰਥਕ ਜਾਂ ਨਿਰੀਖਣ ਵਿਵਹਾਰ ਉੱਤੇ ਧਿਆਨ ਕੇਂਦਰਿਤ ਕੀਤਾ ਜੀ। ਇਸ ਉਦੇਸ਼ ਲਈ ਇਹ ਵਿਅਕਤੀ ਦੀਆਂ ਕਿਰਿਆਵਾਂ, ਜਿਵੇਂ ਸੋਚਣਾ, ਭਾਵਨਾ ਅਤੇ ਇੱਛਾ ਆਦਿ ਸਭ ਨੂੰ ਵਿਵਹਾਰ ਦੇ ਉਸ ਪੱਧਰ ਤੱਕ ਘਟਾਉਣ ਦੀ ਕੋਸ਼ਿਸ਼ ਕੀਤੀ ਹੈ ਜੀ ਜਿਸ ਦਾ ਨਿਰੀਖਣ ਕੀਤਾ ਜਾ ਸਕਦਾ ਹੈ, ਜਿਹੜਾ ਵਸਤੂਨਿਸ਼ਟ ਹੈ ਜੀ, ਜਿਸ ਨੂੰ ਦੇਖਿਆ ਜਾ ਸਕਦਾ ਹੈ। ਵਿਵਹਾਰਵਾਦੀਆਂ ਨੇ ਉਸ ਨੂੰ ਮੰਨਿਆ ਜੀ। ਵਿਵਹਾਰਵਾਦੀ ਡਰ ਦੀ ਭਾਵਨਾ ਵਿੱਚ ਦਿਲਚਸਪੀ ਨਹੀਂ ਰੱਖਦੇ ਕਿਉਂਕਿ ਇਸ ਨੂੰ ਮਾਪਿਆ ਨਹੀਂ ਜਾ ਸਕਦਾ। ਜਿਹੜੀ ਚੀਜ਼ ਵਿਵਹਾਰਵਾਦੀ ਇੱਕ ਗੱਲ ਸਪਸ਼ਟ ਕਰਦੇ ਹਨ ਕਿ ਜਿਹੜੀ ਚੀਜ਼ ਨੂੰ ਤੁਸੀਂ ਮਾਪ ਨਹੀਂ ਸਕਦੇ, ਤੁਸੀਂ ਕਰਕੇ ਦਿਖਾ ਨਹੀਂ ਸਕਦੇ, ਜਿਸ ਦਾ ਪ੍ਰਯੋਗ ਨਹੀਂ ਹੋ ਸਕਦਾ, ਉਸ ਨੂੰ ਵਿਵਹਾਰਵਾਦੀ ਬਿਲਕੁਲ ਨਕਾਰਦੇ ਸਨ ਜੀ। ਪਰੰਤੂ ਡਰ ਦੇ ਪ੍ਰਭਾਵ ਕਾਰਨ ਉਹਨਾਂ ਨੇ ਮੰਨਿਆ ਜੇਕਰ ਦਿਲ ਦੀ ਧੜਕਣ ਜਾਂ ਖੂਨ ਦੇ ਦਬਾਅ ਵਿੱਚ ਜਿਸ ਤਰੀਕੇ ਦਾ ਬਦਲਾਅ ਹੁੰਦਾ ਹੈ ਜਿਸ ਨੂੰ ਕਿ ਮਾਪ ਸਕਦੇ ਹੋ, ਤਾਂ ਵਿਵਹਾਰਵਾਦੀਆਂ ਨੇ ਕਿਹਾ ਜੀ ਇਹ ਵਿਵਹਾਰਵਾਦ ਦਾ ਸਾਡਾ ਇੱਕ ਭਾਗ ਹੋ ਸਕਦਾ ਹੈ। ਵਿਵਹਾਰਵਾਦੀ ਉਸ ਚੀਜ਼ ਨੂੰ ਮੰਨਦੇ ਸਨ ਜਿਸ ਨੂੰ ਤੁਸੀਂ ਵਸਤੂਨਿਸ਼ਟ ਹੋਵੇ, ਜਿਸ ਨੂੰ ਦੇਖਿਆ ਜਾ ਸਕਦਾ ਹੋਵੇ, ਜਿਸ ਨੂੰ ਮਾਪਿਆ ਜਾ ਸਕਦਾ ਹੋਵੇ, ਜਿਸ ਨੂੰ ਬਾਰ-ਬਾਰ ਪ੍ਰਯੋਗ ਕੀਤਾ ਜਾ ਸਕਦਾ ਹੋਵੇ, ਤੇ ਜਿਹੜਾ ਪ੍ਰਯੋਗ ਕੀਤਾ ਜਾ ਰਿਹਾ ਹੈ ਉਸ ਦੇ ਵਿੱਚ ਹਰ ਵਾਰ ਬਦਲਾਵ ਨਾ ਹੋਵੇ ਜੀ, ਇੱਕੋ ਤਰੀਕੇ ਦਾ ਹੋਵੇ। ਵਿਵਹਾਰਵਾਦੀਆਂ ਦਾ ਇਹ ਕਨਸੈਪਟ ਸੀ ਜੀ। ਤਾਂ ਜੀ ਵਿਵਹਾਰਵਾਦ ਦੇ ਮੁੱਖ ਬਿੰਦੂ ਕੀ ਹਨ ਉਹ ਪੜ੍ਹਦੇ ਹਾਂ ਜੀ। ਵਿਵਹਾਰਵਾਦ ਅੰਦਰੂਨੀ ਨਿਰੀਖਣ ਜਾਂ ਆਤਮਾ ਮੁਖੀ ਸੰਕਲਪ, ਜਿਵੇਂ ਮਨ, ਆਤਮਾ, ਚੇਤਨਾ, ਇਹਨਾਂ ਸਭ ਦੇ ਵਿਰੁੱਧ ਸੀ ਜੀ। ਉਹਨਾਂ ਨੇ ਕਿਹਾ ਜਿਹੜੀ ਚੀਜ਼ ਤੁਹਾਡੇ ਸਾਹਮਣੇ ਨਹੀਂ ਹੈ, ਜਿਸ ਨੂੰ ਤੁਸੀਂ ਮਾਪ ਨਹੀਂ ਸਕਦੇ, ਉਹ ਵਿਵਹਾਰਵਾਦ ਦਾ ਹਿੱਸਾ ਨਹੀਂ ਹੈ। ਵਿਵਹਾਰਵਾਦ ਦਾ ਸੰਕਲਪ ਹੈ ਜਿਹੜਾ ਮਨੋਵਿਗਿਆਨ ਨੂੰ ਇਹ ਜਿਹਾ ਵਿਗਿਆਨ ਬਣਾਉਣ ਦੀ ਕੋਸ਼ਿਸ਼ ਵਿੱਚ ਉੱਠਿਆ ਜੇ ਜ਼ਿਆਦਾ ਵਸਤੂਨਿਸ਼ਟ ਹੋਵੇ, ਜਿਸ ਨੂੰ ਪ੍ਰਯੋਗ ਕੀਤਾ ਜਾ ਸਕੇ, ਜਿਹੜਾ ਸਪਸ਼ਟ ਹੋਵੇ, ਜਿਸ ਦੇ ਨਾਲ ਤੁਸੀਂ ਬਾਰ-ਬਾਰ ਬਾਹਰਮੁਖੀ ਚੀਜ਼ਾਂ ਨੂੰ ਕਰਕੇ ਦੇਖ ਸਕਦੇ ਹੋ ਜੀ। ਵਿਵਹਾਰਵਾਦੀ ਕੀ ਮੰਨਦੇ ਸਨ?
ਕਿ ਵਾਤਾਵਰਣ ਇਕੱਲਾ ਹੀ ਸ਼ਖਸੀਅਤ ਦਾ ਵਿਕਾਸ ਕਰਦਾ ਹੈ। ਵਾਤਾਵਰਣ ਇਕੱਲਾ ਹੀ ਸ਼ਖਸੀਅਤ ਦਾ ਵਿਕਾਸ ਕਰਦਾ ਹੈ। ਉਹਨਾਂ ਨੇ ਕਿਹਾ ਕਿ ਜੋ ਤੁਹਾਡੀ ਅਨੁਵੰਸ਼ਿਕਤਾ ਹੈ ਉਹ ਕਿਤੇ ਨਾ ਕਿਤੇ ਤੁਹਾਡੇ ਉੱਤੇ ਕਿਸੇ ਵੀ ਤਰੀਕੇ ਦਾ ਪ੍ਰਭਾਵ ਨਹੀਂ ਪਾਉਂਦੀ। ਉਹਨਾਂ ਨੇ ਕਿਹਾ ਕਿ ਬੱਚੇ ਨੂੰ ਇਸ ਤਰੀਕੇ ਦਾ ਵਾਤਾਵਰਣ ਦਿੱਤਾ ਜਾਵੇ ਜਿਸ ਦੇ ਨਾਲ ਉਸ ਦਾ ਚਹੁੰਮੁਖੀ ਵਿਕਾਸ ਹੋ ਸਕੇ ਜੀ। ਕਿਉਂਕਿ ਜੇ.ਬੀ. ਵਾਟਸਨ ਨੇ ਜ਼ੋਰ ਦਿੱਤਾ ਹੈ ਕਿ ਮੈਂ ਇਸ ਤਰੀਕੇ ਦਾ ਵਾਤਾਵਰਣ ਬੱਚੇ ਨੂੰ ਦੇਵਾਂਗਾ ਜਿਸ ਦੇ ਨਾਲ ਉਸ ਨੂੰ ਤੁਸੀਂ ਜੋ ਕਹੋਗੇ, ਜੇ ਤੁਸੀਂ ਉਸ ਨੂੰ ਚੋਰ ਬਣਾਉਣਾ ਚਾਹੁੰਦੇ ਹੋ ਮੈਂ ਉਸ ਨੂੰ ਚੋਰ ਬਣਾ ਕੇ ਦੇ ਦਿਆਂਗਾ ਜੀ, ਜੇ ਤੁਸੀਂ ਉਸ ਨੂੰ ਡਾਕਟਰ ਬਣਾਉਣਾ ਚਾਹੁੰਦੇ ਹੋ ਮੈਂ ਤੁਹਾਨੂੰ ਡਾਕਟਰ ਬਣਾ ਕੇ ਦੇ ਦਿਆਂਗਾ। ਤਾਂ ਉਹਨਾਂ ਨੇ ਬਿਲਕੁਲ ਜੀ ਹੈਰੀਡਿਟੀ ਨੂੰ ਨਕਾਰ ਦਿੱਤਾ ਹੈ ਜੀ। ਉਹਨਾਂ ਨੇ ਸਿਰਫ ਅਤੇ ਸਿਰਫ ਵਾਤਾਵਰਣ ਉੱਤੇ ਜ਼ੋਰ ਦਿੱਤਾ ਹੈ। ਇਹ ਵਿਗਿਆਨ ਮੰਨਦਾ ਹੈ ਕਿ ਮਨੋਵਿਗਿਆਨ ਮਨੁੱਖ ਅਤੇ ਜਾਨਵਰਾਂ ਦੇ ਵਿਵਹਾਰ ਦਾ ਵਿਗਿਆਨ ਹੈ। ਸਿੱਖਣ ਦਾ ਮੁੱਖ ਕੰਮ ਅਨੁਕੂਲਨ ਹੈ ਜੀ। ਤੁਸੀਂ ਅਨੁਕੂਲਨ ਕਰਕੇ, ਤੁਸੀਂ ਕਿਰਿਆਵਾਂ ਕਰਕੇ ਹੀ ਸਿੱਖ ਸਕਦੇ ਹੋ ਜੀ। ਸਿੱਖਣ ਦਾ ਇੱਕੋ ਇੱਕ ਤਰੀਕਾ ਹੈ ਜੀ ਅਨੁਕੂਲਨ। ਉਸ ਤੋਂ ਇਲਾਵਾ ਅਨੁਬੰਧਨ ਦੇ ਨਾਲ ਹੀ ਸਿੱਖਿਆ ਜਾ ਸਕਦਾ ਹੈ ਜੀ। ਤੁਸੀਂ ਕਨੈਕਸ਼ਨ ਕਰਕੇ ਕਿਸੇ ਚੀਜ਼ ਨੂੰ ਬਾਰ-ਬਾਰ ਦੁਹਰਾ ਕੇ ਹੀ ਸਿੱਖ ਸਕਦੇ ਹੋ ਜੀ। ਵਿਵਹਾਰਵਾਦੀ ਦਾਅਵਾ ਕਰਦੇ ਹਨ ਕਿ ਇਹ ਪ੍ਰੇਖਣਯੋਗ ਵਿਵਹਾਰ ਹੀ ਹੈ ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਖਿਆਰਥੀ ਨੇ ਕੁਝ ਸਿੱਖਿਆ ਜਾਂ ਨਹੀਂ, ਨਾ ਕਿ ਸਿੱਖਿਆਰਥੀ ਦੇ ਮਨ ਅੰਦਰ ਕੀ ਚੱਲ ਰਿਹਾ ਹੈ ਇਹ ਪਤਾ ਲੱਗਦਾ ਹੈ। ਸਿੱਖਿਆਰਥੀ ਜੋ ਕੁਝ ਸਿੱਖ ਚੁੱਕਿਆ ਹੈ ਉਸ ਦਾ ਜਿਹੜਾ ਤੁਸੀਂ ਪਤਾ ਲਗਾਉਣਾ ਚਾਹੁੰਦੇ ਹੋ ਉਹ ਤੁਸੀਂ ਸਿਰਫ ਅਤੇ ਸਿਰਫ ਵਿਵਹਾਰ ਦੁਆਰਾ ਹੀ ਲਾ ਸਕਦੇ ਹੋ ਜੀ। ਸਿੱਖਣ ਦਾ ਮੁੱਖ ਉਦੇਸ਼ ਅਨੁਕੂਲਨ ਹੈ। ਵਿਵਹਾਰਵਾਦੀ ਵਿਵਹਾਰ ਦੇ ਅਧਿਐਨ ਲਈ ਅੰਦਰੂਨੀ ਨਿਰੀਖਣ ਦੀ ਵਿਧੀ ਨੂੰ ਅਸਵੀਕਾਰ ਕਰਦੇ ਹਨ। ਉਹਨਾਂ ਨੇ ਅੰਦਰੂਨੀ ਕੋਈ ਚੀਜ਼ ਨਹੀਂ ਹੁੰਦੀ ਜੀ, ਇਸ ਚੀਜ਼ ਨੂੰ ਨਕਾਰ ਦਿੱਤਾ ਹੈ ਜੀ। ਕਿਰਿਆਵਾਂ ਨੂੰ ਵਾਰ-ਵਾਰ ਕੀਤਾ ਜਾਣਾ ਚਾਹੀਦਾ ਹੈ। ਉਹ ਵਾਰ-ਵਾਰ ਕਿਰਿਆਵਾਂ ਦੇ ਉੱਤੇ ਕਹਿੰਦੇ ਆ ਜੀ, ਜੇਕਰ ਤੁਸੀਂ ਵਾਰ-ਵਾਰ ਕਿਰਿਆਵਾਂ ਕਰੋ ਜਿਸ ਦੇ ਨਾਲ ਤੁਸੀਂ ਅਨੁਕੂਲਨ ਕਰ ਸਕਦੇ ਹੋ ਤਾਂ ਉਹ ਚੀਜ਼ ਉਸੇ ਤਰੀਕੇ ਦੇ ਵਾਤਾਵਰਣ ਵਿੱਚ ਢਲ ਜਾਵੇਗੀ ਜੀ। ਜਿਵੇਂ ਜੀ ਪਾਵਲੋਵ ਨੇ ਕੁੱਤੇ ਵਾਲਾ ਪ੍ਰਯੋਗ ਕੀਤਾ ਜੀ, ਸਕਿਨਰ ਨੇ ਜਿਹੜਾ ਕਬੂਤਰ ਅਤੇ ਚੂਹੇ ਵਾਲਾ ਪ੍ਰਯੋਗ ਕੀਤਾ, ਥੋਰਨਡਾਈਕ ਜਿਹੜੇ ਹੋਏ ਹਨ ਜਿਨ੍ਹਾਂ ਨੇ ਬਿੱਲੀ ਦੀ ਜਿਹੜੀ ਨਿਯਮ ਦਿੱਤਾ ਸੀ ਜੀ, ਟਰਾਇਲ ਐਂਡ ਐਰਰ ਥਿਊਰੀ ਦਿੱਤੀ ਸੀ ਜੀ, ਟਰਾਇਲ ਐਂਡ ਐਰਰ ਥਿਊਰੀ ਦਿੱਤੀ ਸੀ। ਤਾਂ ਉਸ ਦੇ ਵਿੱਚ ਬਿੱਲੀ ਬਾਰ-ਬਾਰ ਜਾ ਕੇ ਪੰਜੇ ਦੇ ਨਾਲ ਉਹ ਲਾਸਟ ਦੇ ਵਿੱਚ ਲੀਵਰ ਹਟਾ ਲੈਂਦੀ ਹੈ ਅਤੇ ਆਪਣਾ ਭੋਜਨ ਪ੍ਰਾਪਤ ਕਰ ਲੈਂਦੀ ਹੈ ਜੀ। ਪ੍ਰਤੀਕਿਰਿਆਵਾਂ ਬਾਰੇ ਪੂਰਵ ਅਨੁਮਾਨ ਲਗਾਉਣਾ, ਜਿਹੜੀ ਵੀ ਪ੍ਰਤੀਕਿਰਿਆ ਹੋਣੀ ਹੈ ਜੀ ਅੱਗੇ ਇਸ ਤੋਂ ਬਾਅਦ ਕੀ ਹੋਵੇਗਾ ਇਸ ਦਾ ਤੁਸੀਂ ਵਿਵਹਾਰਵਾਦ ਦੀ ਕਹਿੰਦੇ ਆ ਜੀ ਅਨੁਮਾਨ ਲਗਾ ਸਕਦੇ ਹੋ। ਤੁਹਾਨੂੰ ਪਹਿਲਾਂ ਹੀ ਪਤਾ ਲੱਗ ਸਕਦਾ ਹੈ ਜੀ, ਤੁਸੀਂ ਉਸ ਨੂੰ ਨਿਯੰਤਰਿਤ ਕਰ ਸਕਦੇ ਹੋ, ਤੁਹਾਡੇ ਕੋਲ ਇਹ ਜੀ ਪਾਵਰ ਹੈ ਜੀ। ਤਾਂ ਜੀ ਅੱਜ ਦਾ ਲੈਕਚਰ ਆਪਾਂ ਇੱਥੇ ਹੀ ਖਤਮ ਕਰਦੇ ਹਾਂ। ਅੱਜ ਦੇ ਲੈਕਚਰ ਵਿੱਚ ਆਪਾਂ ਕੀ ਪੜ੍ਹਿਆ ਥੋੜ੍ਹਾ ਜਿਹਾ ਰਿਵਾਈਜ਼ ਕਰ ਲੈਂਦੇ ਹਾਂ ਜੀ। ਤੇ ਜੇਕਰ ਤੁਸੀਂ ਹਾਲੇ ਤੱਕ ਵੀ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ, ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਤੁਹਾਨੂੰ ਜਿਹੜੀ ਵੀ ਵੀਡੀਓ ਅਪਲੋਡ ਹੋਏ ਉਹਦੀ ਨੋਟੀਫਿਕੇਸ਼ਨ ਮਿਲਦੀ ਰਹੇ ਜੀ। ਤੁਸੀਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਆ ਕਰੋ ਜੀ, ਜਿਸ ਦੇ ਨਾਲ ਜੋ ਵੀ ਵਿਦਿਆਰਥੀ ਹੁਣ ਲੋਕਡਾਊਨ ਦੇ ਵਿੱਚ ਘਰੇ ਰਹਿ ਕੇ ਆਪਣੀ ਸਟੱਡੀ ਜਿਨ੍ਹਾਂ ਦੀ ਡਿਸਟਰਬ ਹੋ ਰਹੀ ਹੈ ਉਹ ਸਟਾਰਟ ਕਰ ਸਕਣ ਜੀ। ਜਿਹੜੀ ਵੀ PDF ਹੋਵੇਗੀ ਉਹਦਾ ਲਿੰਕ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਵੇਗਾ। ਬੁੱਕ ਦਾ ਜਿਹੜਾ ਲਿੰਕ ਹੈ, ਜਿਹੜਾ ਇਹ ਚੈਪਟਰ ਹੈ ਦੀ ਉਹਦਾ ਜਿਹੜੀ PDF ਹੋਗੀ ਉਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਵੇਗਾ। ਇਹ ਜਿਹੜੀ PPT ਮੈਂ ਤੁਹਾਨੂੰ ਪੜ੍ਹਾ ਰਿਹਾ ਇਹਦਾ ਲਿੰਕ ਵੀ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਹੋਵੇਗਾ ਜੀ। ਤਾਂ ਜੀ ਸਭ ਤੋਂ ਪਹਿਲਾਂ ਆਪਾਂ ਨੇ ਪੜ੍ਹਿਆ ਸੀ ਕਿ ਹਿਸਟਰੀ ਆਫ ਵਿਵਹਾਰਿਜ਼ਮ ਕੀ ਹੈ ਜੀ, ਵਿਵਹਾਰਵਾਦ ਦੀ ਹਿਸਟਰੀ ਕੀ ਹੈ। ਫਾਦਰ ਆਫ ਜਿਹੜੇ ਵਿਵਹਾਰਵਾਦੀ ਨੇ ਉਹ ਕੌਣ ਨੇ, ਜੇ.ਬੀ. ਵਾਟਸਨ ਨੇ। ਮਨੋਵਿਗਿਆਨੀ ਕੀ ਹੈ, ਕਨਸੈਪਟ ਪੜ੍ਹਿਆ ਸੀ ਜੀ। ਸੰਕਲਪ ਕੀ ਹੈ ਜੀ ਵਿਵਹਾਰਵਾਦ ਦਾ। ਆਪਾਂ ਪੜ੍ਹਿਆ ਸੀ ਮਨੋਵਿਗਿਆਨ ਦਾ ਕੀ ਅਰਥ ਹੈ। ਪਹਿਲਾਂ ਇਸ ਨੂੰ ਆਤਮਾ ਦਾ ਵਿਗਿਆਨ ਮੰਨਿਆ ਜਾਂਦਾ ਸੀ, ਫਿਰ ਗ੍ਰੀਕ ਨੇ ਇਸ ਨੂੰ ਮਨ ਦਾ, ਫਿਰ ਚੇਤਨਾ ਦਾ ਤੇ ਹੁਣ ਇਸ ਨੂੰ ਵਿਵਹਾਰ ਦਾ ਵਿਗਿਆਨ ਮੰਨਿਆ ਜਾਂਦਾ ਹੈ ਜੀ। ਜੇ.ਬੀ. ਵਾਟਸਨ ਦੀ ਇੱਕ ਬਹੁਤ ਹੀ ਵੱਡੀ ਪਰਿਭਾਸ਼ਾ ਵਿਵਹਾਰਵਾਦ ਦੇ ਲਈ ਹੈ। ਉਹਨਾਂ ਨੇ ਕਿਹਾ ਕਿ ਤੁਸੀਂ ਮੈਨੂੰ 1 ਦਰਜਨ ਬੱਚੇ ਦਿਓ ਜੀ, ਤੁਸੀਂ ਜਿਸ ਤਰੀਕੇ ਦੇ ਚਾਹੋਗੇ ਮੈਂ ਉਸ ਨੂੰ ਉਸੇ ਤਰੀਕੇ ਦਾ ਬਣਾ ਦਿਆਂਗਾ। ਡਾਕਟਰ ਤੋਂ ਲੈ ਕੇ ਉਹਨਾਂ ਨੇ ਕਿਹਾ ਜੀ ਮੈਂ ਚੋਰ ਬਣਾ ਸਕਦਾ, ਉਸ ਨੂੰ ਭਿਖਾਰੀ ਵੀ ਬਣਾ ਸਕਦਾ। ਤੇ ਇਹ ਚੀਜ਼ ਪੜ੍ਹੀ ਜੀ। ਵਿਵਹਾਰਵਾਦ ਦਾ ਆਪਾਂ ਨੇ ਸੰਕਲਪ ਪੜ੍ਹਿਆ। ਵਿਵਹਾਰਵਾਦ ਦੀ ਹਨ ਉਹ ਸਾਰਾ ਬਾਹਰੀ ਚੀਜ਼ ਨੂੰ ਵੇਖਦੇ ਹਨ, ਉਹ ਪ੍ਰਯੋਗ ਦੇ ਉੱਤੇ ਜ਼ਿਆਦਾ ਜ਼ੋਰ ਦਿੰਦੇ ਹਨ। ਜਿਸ ਚੀਜ਼ ਨੂੰ ਤੁਸੀਂ ਕਰ ਸਕਦੇ ਹੋ, ਜਿਸ ਦੇ ਨਾਲ ਤੁਸੀਂ ਰਿਜ਼ਲਟ ਬਾਰ-ਬਾਰ ਕੱਢ ਸਕਦੇ ਹੋ, ਜਿਸ ਨੂੰ ਮਾਪਿਆ ਜਾ ਸਕਦਾ ਹੈ, ਜਿਸ ਦਾ ਵਾਤਾਵਰਣ ਦੇ ਨਾਲ ਜੁੜਾਅ ਹੋਵੇ, ਜਿਸ ਨੂੰ ਬਾਰ-ਬਾਰ ਕਰਕੇ ਤੁਸੀਂ ਸਿੱਖ ਸਕਦੇ ਹੋ। ਜਿਹੜਾ ਵਿਵਹਾਰਵਾਦੀਆਂ ਦੀ ਸੋਚ ਹੈ ਜੀ ਉਹ ਕੀ ਹੈ ਜੀ, ਕਿਸੇ ਚੀਜ਼ ਨੂੰ ਤੁਸੀਂ ਜੇਕਰ ਕਰਕੇ ਸਪਸ਼ਟ ਰੂਪ ਵਿੱਚ ਦੇ ਸਕਦੇ ਹੋ ਤਾਂ ਉਹ ਵਿਵਹਾਰਵਾਦ ਦੇ ਵਿੱਚ ਆਵੇਗੀ ਜੀ, ਨਹੀਂ ਤਾਂ ਉਸ ਨੂੰ ਵਿਵਹਾਰਵਾਦੀ ਵਿਵਹਾਰ ਦੇ ਵਿੱਚ ਨਹੀਂ ਮੰਨਦੇ ਸਨ। ਇਸ ਤੋਂ ਇਲਾਵਾ ਵਿਵਹਾਰਵਾਦ ਦੀਆਂ ਕਿਸਮਾਂ ਸਨ ਜੀ, 2 ਪੜ੍ਹੀਆਂ ਆਪਾਂ, ਪ੍ਰਤੱਖ ਸਪਸ਼ਟ ਵਿਵਹਾਰ ਤੇ ਅਪ੍ਰਤੱਖ ਜਾਂ ਲੁਕਿਆ ਹੋਇਆ ਵਿਵਹਾਰ। ਵਿਵਹਾਰਵਾਦੀ ਜਿਹੜੀ ਅੱਜ ਜੇ.ਬੀ. ਵਾਟਸਨ ਦਾ ਕਨਸੈਪਟ ਹੈ ਜੀ ਉਹ ਹੈ ਜੀ ਪ੍ਰਤੱਖ, ਜਿਹਨੂੰ ਤੁਸੀਂ ਸਪਸ਼ਟ ਰੂਪ ਵਿੱਚ ਵੇਖ ਸਕਦੇ ਹੋ। ਉਹਨਾਂ ਨੇ ਸੋਚਣਾ, ਕਲਪਨਾ ਕਰਨੀ, ਭਾਵਨਾਵਾਂ, ਰਵੱਈਆ, ਵਿਸ਼ਵਾਸ ਵਗੈਰਾ ਉੱਤੇ ਕੋਈ ਜ਼ਿਆਦਾ ਤਵੱਜੋ ਨਹੀਂ ਦਿੱਤੀ ਹੈ ਜੀ। ਇਸ ਤੋਂ ਬਾਅਦ ਵਿਵਹਾਰਵਾਦ ਦੇ ਮੁੱਖ ਬਿੰਦੂ ਪੜ੍ਹੇ ਸਨ ਕਿ ਵਿਵਹਾਰਵਾਦੀ ਕਿਸ ਤਰੀਕੇ ਦੇ ਨਾਲ ਇਸ ਨੂੰ ਆਪਣੇ ਕਨਸੈਪਟ ਵਿੱਚ ਲੈ ਕੇ ਆਉਂਦੇ ਹਨ। ਤਾਂ ਅੱਜ ਦਾ ਲੈਕਚਰ ਇੱਥੇ ਹੀ ਖਤਮ ਕਰਦੇ ਹਾਂ। ਕੱਲ੍ਹ ਆਪਾਂ ਜਿਹੜਾ ਵੀ ਇਸ ਤੋਂ ਨੈਕਸਟ ਪਾਰਟ ਹੈ ਉਹ ਸਟਾਰਟ ਕਰਾਂਗੇ।
ਜੇ ਤੁਸੀਂ ਹਾਲੇ ਤੱਕ ਪਹਿਲੇ ਚੈਪਟਰ ਦੀਆਂ 2 ਕਲਾਸਾਂ ਨਹੀਂ ਵੇਖੀਆਂ, ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਲਿੰਕ ਦਿੱਤਾ ਹੋਇਆ, ਤੁਸੀਂ ਦੋਨੋਂ ਕਲਾਸਾਂ ਵੇਖ ਲਿਓ ਜੀ। ਥੈਂਕ ਯੂ ਵੈਰੀ ਮੱਚ। ਤੁਹਾਡਾ ਦਿਨ ਸ਼ੁਭ ਹੋਵੇ ਦੀ। ਜੈ ਹਿੰਦ।